ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਖਬਰਾਂ ਟੌਪ ਦੀਆਂ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਉਹਨਾਂ ਖਬਰਾਂ ਦੇ ਉੱਤੇ ਜੋ ਪੰਜਾਬ ਅਤੇ ਦੇਸ਼ ਦੀ ਆਵਾਮ ਦੇ ਨਾਲ ਸਰੋਕਾਰ ਰੱਖਦੀਆਂ ਨੇ। ਸਭ ਤੋਂ ਪਹਿਲਾਂ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਉਹਨਾਂ ਫੈਸਲਿਆਂ ਤੇ ਗੱਲਬਾਤ ਕਰਾਂਗੇ ਜਿਹਦੇ ਨਾਲ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ ਝਟਕਾ ਲੱਗਦਾ ਦਿਖਾਈ ਦੇ ਰਿਹਾ। ਪੰਜਾਬ ਦੀਆਂ ਸਰਕਾਰਾਂ ਨੂੰ ਵੀ ਤਾੜਨਾ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਦੂਜੀ ਗੱਲ ਹੋਏਗੀ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 268 ਕਰੋੜ ਰੁਪਏ ਖਰਚਾ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ, ਪਰ ਉਹਦੇ ਵਿੱਚ ਕਿਤੇ ਨਾ ਕਿਤੇ ਘਪਲੇਬਾਜ਼ੀ ਨਜ਼ਰ ਆਉਂਦੀ। ਕਾਰਟੀਏ ਦੇ ਵਿੱਚ ਖੁਲਾਸਾ ਹੋਇਆ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਹੋਰ ਵੀ ਖਬਰਾਂ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਕਿ ਕਿਸ ਤਰੀਕੇ ਦੇ ਨਾਲ ਭਗਵੰਤ ਮਾਨ ਹੋਰਾਂ ਦਾ ਵਿਰੋਧ ਹੁੰਦਾ ਹੈ। ਉਹ ਕਹਿੰਦੇ ਨੇ ਕਿ ਅਸੀਂ ਦੂਜੀਆਂ ਪਾਰਟੀਆਂ ਦੇ ਵਾਂਗ ਜਿਹੜਾ ਆ ਉਹ ਕਿਸਾਨਾਂ ਦੇ ਬਿਲਕੁਲ ਪੈਰਲਲ ਜਿਹੜਾ ਆਪਣੇ ਵੱਲੋਂ ਕੋਈ ਵੀ ਪ੍ਰਦਰਸ਼ਨ ਜਾਂ ਕੋਈ ਵੀ ਪ੍ਰੋਗਰਾਮ ਨਹੀਂ ਲੈ ਕੇ ਆਵਾਂਗੇ। ਪਰ ਦੂਜੇ ਪਾਸੇ ਲੋਕ ਇਨਸਾਫ ਪਾਰਟੀ ਕੀ ਕਰ ਰਹੀ ਹੈ? ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਇੱਕ ਨਵਾਂ ਜਿਹੜਾ ਉਹ ਪੰਜਾਬ ਦੇ ਸਿਰ 'ਤੇ ਨਵਾਂ ਐਲਾਨ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਦੇ ਵਿਚਾਲੇ ਉਹਨਾਂ ਵੱਲੋਂ ਜੋ ਕੁਝ ਕਿਹਾ ਜਾ ਰਿਹਾ ਉਸ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਕੀ ਉਹ ਪੰਜਾਬ ਦੇ ਅਧਿਕਾਰ ਨੂੰ ਲੈ ਕੇ ਇੱਕ ਨਵਾਂ ਮਾਰਚ ਕੱਢਣ ਜਾ ਰਹੇ ਨੇ, ਉਹ ਕਦੋਂ ਹੈ, ਕੀ ਕੁਝ ਹੋਏਗਾ, ਉਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪਰਮਿੰਦਰ ਜੀ, ਤੁਹਾਡਾ ਸਵਾਗਤ ਹੈ ਲੋਕਰਾਜ ਤੇ। ਧੰਨਵਾਦ ਸੁਖਵਿੰਦਰ ਜੀ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਪਰਮਿੰਦਰ ਜੀ, ਜਿਵੇਂ ਅਸੀਂ ਰੋਜ਼ਾਨਾ ਖਬਰਾਂ ਟੌਪ ਦੀਆਂ ਦੇ ਵਿੱਚ ਵੱਡੀਆਂ ਖਬਰਾਂ ਉੱਤੇ ਚਰਚਾ ਕਰਦੇ ਹਾਂ, ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਹੈ ਕਿਸਾਨੀ ਅੰਦੋਲਨ ਨੂੰ ਲੈ ਕੇ, ਉਹ ਕੀ ਕੁਝ ਹੈ? ਦੇਖੋ, ਰੇਲ ਰੋਕੂ ਜੋ ਅੰਦੋਲਨ ਚੱਲ ਰਿਹਾ ਸੀਗਾ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ, ਆਪਾਂ ਕਹਿ ਲਓ ਟਰੈਕਸ ਦੇ ਉੱਤੇ ਬੈਠੇ ਸੀਗੇ। ਹੁਣ ਜਿਹੜਾ ਕਿਸਾਨਾਂ ਨੇ ਕਹਿਤਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੁਛ ਸਮਾਂ ਜਿਹੜਾ ਮਾਲ ਗੱਡੀਆਂ ਨੂੰ ਰਸਤਾ ਦੇਤਾ, ਲਾਈਨਾਂ ਤੋਂ ਉੱਠ ਗਏ ਆ, ਲੇਕਿਨ ਹਾਲੇ ਵੀ ਜਿਹੜਾ ਕਿਤੇ ਕਿਤੇ ਕਿਸਾਨ ਬੈਠੇ ਨੇ ਰੇਲਵੇ ਟਰੈਕਸ ਦੇ ਉੱਤੇ ਤਾਂ ਨਹੀਂ, ਪਰ ਪਲੇਟਫਾਰਮਸ ਦੇ ਉੱਤੇ 29 ਪਲੇਟਫਾਰਮਸ ਜਿਹੜੇ ਹੈਗੇ ਉਹਨਾਂ ਦੇ ਉੱਤੇ ਬੈਠੇ ਨੇ। ਕੇਂਦਰ ਸਰਕਾਰ ਨੇ ਫੈਸਲਾ ਲਿਆ ਕਿ ਜਾਂ ਤਾਂ ਇਹਨਾਂ ਨੂੰ ਰੇਲ ਲਾਈਨਾਂ ਤੋਂ ਹਟਾਓ, ਪਰੇ ਕਰੋ, ਰੇਲਵੇ ਸਾਰੀ ਚੱਲੂਗੀ ਅਤੇ ਉਹਦੇ ਵਿੱਚ ਜੇ ਰੁਕਾਵਟ ਆਉਂਦੀ ਹੈ ਤਾਂ ਕੋਈ ਵੀ ਐਂਟਰੀ ਨਹੀਂ ਹੋਏਗੀ, ਚਾਹੇ ਮਾਲ ਗੱਡੀ ਹੈ ਚਾਹੇ ਦੂਜੀ ਆ। ਅਤੇ ਮਾਲ ਗੱਡੀਆਂ ਦੀ ਐਂਟਰੀ ਲਈ ਰਾਹ ਖੋਲ੍ਹਿਆ ਸੀਗਾ ਕਿਸਾਨਾਂ ਨੇ, ਅਤੇ ਉਹ ਹੁਣ ਖੁਦ ਕੇਂਦਰ ਸਰਕਾਰ ਨੇ ਬੰਦ ਕਰ ਲਿਆ। ਅਤੇ ਉਹਦੇ ਖਿਲਾਫ ਜਿਹੜਾ ਹੈਗਾ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਈ ਸੀਗੀ ਪੰਜਾਬ ਸਰਕਾਰ ਨੂੰ, ਜਿਹੜਾ ਉਹਨਾਂ ਨੇ ਝਾੜ ਪਾਈ ਆ ਇੱਕ ਤਰ੍ਹਾਂ ਦੀ ਕਹਿ ਲਓ। ਉਹ ਕਹਿੰਦੇ ਕਿ ਜਾਂ ਤਾਂ ਰੇਲਵੇ ਲਾਈਨਾਂ ਖਾਲੀ ਕਰਵਾਓ, ਪਲੇਟਫਾਰਮ ਵੀ ਖਾਲੀ ਕਰਾਓ, ਅਤੇ ਨਹੀਂ ਫਿਰ ਕੋਈ ਹੁਕਮ ਜਾਰੀ ਹੋ ਸਕਦਾ। ਸੋ ਇਹ ਜਿਹੜਾ ਹੈਗਾ ਕਹਿ ਲਓ ਕਿ ਕਿਸਾਨੀ ਅੰਦੋਲਨ ਨੂੰ ਇੱਕ ਕੁਚਲਣ ਦਾ ਕਹਿ ਸਕਦੇ ਆਪਾਂ, ਇੱਕ ਤਰੀਕਾ ਹੈਗਾ। ਪਟੀਸ਼ਨ ਪਾਈ ਹੋਈ ਹੈ, ਜਿੱਦਾਂ ਕੋਰਟ ਦੇ ਵਿੱਚ ਚਲਾ ਗਿਆ ਮਾਮਲਾ, ਜਾਂ ਕੋਰਟ ਇੱਦਾਂ ਸਖਤ ਰੁਖ ਲੈਣ ਲਈ ਵੀ ਖੜੀ ਹੈ, ਬਟ ਜੋ ਮਸਲਾ ਹੈਗਾ ਤਕਰੀਬਨ ਉਹ ਜਿਉਂਦਾ ਤਿਉਂ ਹੀ ਆ। ਕਿਸਾਨਾਂ ਨੂੰ ਤਾਂ ਉਹਨਾਂ ਦੀਆਂ ਹੱਕੀ ਮੰਗਾਂ ਦੇ ਲਈ ਟਰੈਕਸ ਦੇ ਉੱਤੇ ਆਉਣਾ ਪਿਆ। ਜੇ ਇਹ ਸੋਚਿਆ ਜਾਵੇ ਕਿ ਘਰ-ਬਾਰ ਛੱਡ ਕੇ ਉਹ ਲੋਕ ਇੱਥੇ ਕਿਉਂ ਬੈਠੇ ਆ, ਹਾਲਾਂਕਿ ਕਰੋਨਾ ਦਾ ਐਡਾ ਵੱਡਾ ਪ੍ਰਕੋਪ ਜਿਹੜਾ ਹੈਗਾ ਦੁਨੀਆ ਭਰ 'ਚ ਚੱਲਿਆ, ਉਹਨੂੰ ਐਂ ਕਹਿ ਲਓ ਕਿ ਜਾਨ ਤਲੀ 'ਤੇ ਧਰ ਕੇ ਹੀ ਆਏ ਨੇ ਉਹ ਸਾਰੇ। ਜਿੱਥੇ ਆਪਾਂ ਕਹਿੰਦੇ ਸੋਸ਼ਲ ਡਿਸਟੈਂਸਿੰਗ ਦਾ ਮੁੱਦਾ ਚੱਲਿਆ ਸੀਗਾ ਵੀ ਦੂਰੀ ਬਣਾ ਕੇ ਰੱਖੋ, ਤਾਂ ਉੱਥੇ ਇਕੱਠਾਂ ਦੇ ਵਿੱਚ ਉਹ ਬੱਚਿਆਂ ਤੱਕ ਨੂੰ ਲੈ ਕੇ ਬੈਠੇ ਨੇ। ਹੋਣਾ ਤਾਂ ਇਹ ਵੀ ਚਾਹੀਦਾ ਸੀ ਨਾ ਕਿ ਜੇ ਕਿਸਾਨਾਂ ਦੇ ਸੰਘਰਸ਼ ਨਾਲ ਕਿਤੇ ਨੁਕਸਾਨ ਹੋ ਰਿਹਾ, ਉਹਦੇ ਬਾਰੇ ਵੀ ਗੱਲ ਕੀਤੀ ਜਾਂਦੀ ਸੁਪਰੀਮ ਕੋਰਟ ਦੇ ਵਿੱਚ ਕਿ ਇਹਦਾ ਵੀ ਹੱਲ ਕਰਾਓ, ਕੇਂਦਰ ਨੂੰ ਵੀ ਕੋਈ ਨੋਟਿਸ ਕਰੋ। ਹੋਣਾ ਤਾਂ ਚਾਹੀਦਾ ਹੀ ਸੀਗਾ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਕੇਂਦਰ ਨੂੰ ਨਾਲ ਲਿਆ ਜਾਂਦਾ ਕਿ ਤੇਰੀ ਅਣਗਹਿਲੀ, ਨਲਾਇਕੀ ਜਾਂ ਤੇਰੀ ਧੱਕਾਸ਼ਾਹੀ ਦੇ ਖਿਲਾਫ ਇਹ ਜਿਹੜਾ ਅੰਦੋਲਨ ਹੋ ਰਿਹਾ, ਜਿਹਦੇ ਕਰਕੇ ਆਹ ਨੁਕਸਾਨ ਹੋ ਰਿਹਾ, ਤਾਂ ਉਹਨਾਂ ਨੂੰ ਨਾਲ ਲੈਣਾ ਚਾਹੀਦਾ ਸੀਗਾ ਕਿ ਕੇਂਦਰ ਤੂੰ ਆ ਕੇ ਕੋਈ ਨਾ ਕੋਈ ਹੱਲ ਕਰ। ਜਦੋਂ ਲੋਕ ਮਜਬੂਰ ਨੇ ਇੱਦਾਂ ਦੇ ਫੈਸਲੇ ਲੈਣ ਲਈ, ਇੱਦਾਂ ਸੜਕਾਂ 'ਤੇ ਜਾਂ ਰੇਲਵੇ ਲਾਈਨਾਂ ਨੂੰ ਰੋਕਣ ਦੇ ਲਈ ਮਜਬੂਰ ਨੇ, ਤਾਂ ਤੈਨੂੰ ਚਾਹੀਦਾ ਵੀ ਤੂੰ ਜਾ ਕੇ ਕੋਈ ਫੈਸਲਾ ਲਵੇਂ। ਕੇਂਦਰ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਜਾਂ ਪ੍ਰਧਾਨ ਮੰਤਰੀ ਵਗੈਰਾ ਬੈਠੇ ਨੇ ਜਿਹੜੇ ਉੱਥੇ ਧੱਕਾਸ਼ਾਹੀ ਕਰ ਰਹੇ ਨੇ, ਤਾਂ ਉਹ ਚੀਜ਼ਾਂ ਨਹੀਂ ਵਿਚਾਰੀਆਂ ਗਈਆਂ। ਹੁਣ ਇਹ ਕਿਹਾ ਗਿਆ ਕਿ ਰੇਲਵੇ ਲਾਈਨਾਂ ਤੋਂ ਹਟਾਓ ਇਹਨਾਂ ਨੂੰ, ਅਦਰਵਾਈਜ਼ ਕੋਈ ਹੁਕਮ ਜਾਰੀ ਹੋਊਗਾ। ਹੁਣ ਪੰਜਾਬ ਸਰਕਾਰ ਕਿੱਦਾਂ ਦਾ ਇੱਦਾਂ ਫੈਸਲਾ ਲੈਂਦੀ ਹੈ, ਕਿਸਾਨਾਂ ਦੇ ਹੱਕ 'ਚ ਜਾਂਦੀ ਹੈ, ਜਾਂ ਸੁਪਰੀਮ ਕੋਰਟ ਦੇ ਆਰਡਰ ਦੀ ਵੇਟ ਕਰਦੀ ਹੈ, ਜਾਂ ਸੁਪਰੀਮ ਕੋਰਟ 'ਚ ਆਪਣਾ ਕੋਈ ਹਾਈ ਕੋਰਟ ਦੇ ਵਿੱਚ ਆਪਣਾ ਕੋਈ ਦਾਇਰ ਕਰਦੀ ਹੈ ਬਿਆਨ। ਉਹ ਤੋਂ ਪਹਿਲਾਂ ਇੱਕ ਜਾਖੜ ਦਾ ਬਿਆਨ ਆਉਂਦਾ, ਸੁਨੀਲ ਜਾਖੜ ਦਾ ਬਿਆਨ ਆਉਂਦਾ, ਉਹ ਕਹਿੰਦਾ ਕਿ ਕੁਛ ਹੋ ਜੇ, ਸਰਕਾਰ ਜਿਹੜੀ ਹੈ ਕਿਸਾਨਾਂ ਦੇ ਨਾਲ ਖੜੀ ਹੈ। ਤੋ ਮੈਨੂੰ ਲੱਗਦਾ ਨਹੀਂ ਕਿ ਇਸ ਤਰ੍ਹਾਂ ਦਾ ਕੁਛ ਹੋਏਗਾ ਫਿਲਹਾਲ, ਪਰ ਵੇਟ ਕਰਨੀ ਪਏਗੀ ਕਿ ਹੁਣ ਕੋਰਟ ਦਾ ਮਾਮਲਾ ਹੈ, ਕਿਸ ਤਰ੍ਹਾਂ ਦਾ ਰੁਖ ਉੱਥੋਂ ਅਖਤਿਆਰ ਹੁੰਦਾ ਹੈ, ਕਿਸਾਨਾਂ ਦੀ ਸੁਣੀ ਜਾਂਦੀ ਹੈ, ਅਤੇ ਜਾਂ ਫਿਰ ਇੱਥੋਂ ਵੀ
ਇੱਕ ਤਰ੍ਹਾਂ ਨਾਲ ਧੱਕਾਸ਼ਾਹੀ ਹੋ ਜਾਂਦੀ ਹੈ ਕਿਸਾਨ। ਦੂਜੇ ਪਾਸੇ ਇੱਕ ਜੇ ਆਪਾਂ ਬਿਜਲੀ ਸੰਕਟ ਦੀ ਗੱਲ ਕਰੀਏ ਕਿ ਕੱਲ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਪੰਜਾਬ ਜਿਹੜਾ ਉਹ ਕਿਤੇ ਨਾ ਕਿਤੇ ਹਨੇਰੇ ਵਿੱਚ ਆ ਜਾਏਗਾ, ਜਿਵੇਂ ਕੈਪਟਨ ਸਾਹਿਬ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਨੇ ਕਿ ਕੋਲਾ ਜਿਹੜਾ ਉਹ ਥਰਮਲ ਪਲਾਂਟਾਂ ਦੇ ਵਿੱਚ ਨਹੀਂ ਪਹੁੰਚਿਆ ਤੇ ਇਸ ਦੇ ਕਰਕੇ ਜਿਹੜਾ ਉਹ ਪੰਜਾਬ ਦੇ ਇਹੋ ਜਿਹੇ ਹਾਲਾਤ ਬਣਨ ਜਾ ਰਹੇ ਨੇ। ਉਹਨੂੰ ਕਿੱਦਾਂ ਦੇਖਦੇ ਹੋ, ਕੀ ਰਿਪੋਰਟ ਕਹਿੰਦੀ ਹੈ ਉਹਨਾਂ ਦੀ? ਦੇਖੋ ਹੁਣ ਜਿਹੜੀ ਕੱਲ ਰਿਪੋਰਟ ਨਸ਼ਰ ਹੋਈ ਹੈ ਉਹਦੇ ਵਿੱਚ ਬਣਾਵਾਲੀ ਮਾਨਸਾ ਵਾਲਾ ਜਿਹੜਾ ਹੈਗਾ ਉਹ ਰਾਜਪੁਰ ਵਾਲਾ ਥਰਮਲ ਪਲਾਂਟ ਜਿਹੜਾ ਹੈਗਾ ਉਹਦਾ ਬੰਦ ਹੋ ਚੁੱਕਿਆ। ਉਹ ਤਕਰੀਬਨ ਉੱਥੋਂ ਪੂਰੀ ਤਰ੍ਹਾਂ ਦੀ ਬਿਜਲੀ ਜਿਹੜੀ ਉਤਪਾਦਨ ਹੈਗਾ ਉਹ ਠੱਪ ਹੋ ਚੁੱਕਿਆ। ਉਹ ਹੁਣ ਪਣ ਬਿਜਲੀ ਪ੍ਰੋਜੈਕਟਾਂ ਦੇ ਉੱਤੇ ਜਿਹੜਾ ਨਿਰਭਰ ਕਰ ਰਹੀ ਹੈ ਸਰਕਾਰ ਵੀ ਤੇ ਪੰਜਾਬ ਦੇ ਲੋਕ ਵੀ। ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਇਹਨਾਂ ਪ੍ਰੋਜੈਕਟਾਂ ਨੂੰ ਪ੍ਰਫੁੱਲਿਤ ਕਰਨ ਦਾ ਹੁਣ ਸਮਾਂ ਹੈਗਾ। ਜਿਹੜੇ ਜਿੱਥੇ ਹੋਰ ਕਰੋੜਾਂ ਰੁਪਏ ਖਰਚ ਕੇ ਤੁਸੀਂ ਵਿਕਾਸ ਦੇ ਨਾਂ 'ਤੇ ਖਰਚ ਦਿੰਦੇ ਹੋ ਵੀ ਹਾਂ ਇੱਥੇ ਕਰਤਾ ਸੀ, ਉਹ ਕਰਤਾ, ਗਲੀਆਂ ਬਣਾਤੀਆਂ, ਨਾਲੀਆਂ ਬਣਾਤੀਆਂ, ਸਭ ਤੋਂ ਪਹਿਲਾਂ ਇਹ ਮੁੱਢਲੀਆਂ ਚੀਜ਼ਾਂ ਨੇ। ਇਹਨਾਂ ਦੇ ਉੱਤੇ ਹੁਣ ਅੱਜ ਲੋੜ ਵੀ ਹੈਗੀ ਹੈ, ਸਮਾਂ ਵੀ ਹੈਗਾ, ਚੁਣੌਤੀ ਵੀ ਹੈਗੀ ਹੈ, ਸਬਕ ਵੀ ਹੈਗਾ, ਉਹ ਲੈ ਲੈਣਾ ਚਾਹੀਦਾ। ਹੁਣ ਇਸ ਰਸਤੇ ਤੁਰਨਾ ਚਾਹੀਦਾ। ਦੂਜੀ ਗੱਲ ਹੈਗੀ ਜਿਹੜੀ ਰਿਪੋਰਟ ਹੈਗਾ ਉਹ ਇਹ ਵੀ ਗੱਲ ਕਰਦੀ ਹੈ ਕਿ ਪੰਜਾਬ ਕੋਲ ਹੁਣ ਜਿਹੜਾ ਬਿਜਲੀ ਬੈਂਕ ਕਰ ਲੈਂਦੇ ਸੀਗੇ ਪਹਿਲਾਂ, ਉਹ ਵੀ ਨਹੀਂ ਹੈ। ਦੱਖਣੀ ਰਾਜਾਂ ਦੇ ਵਿੱਚ ਹੋ ਜਾਂਦੀ ਸੀਗੀ ਅਤੇ ਉਹਨਾਂ ਤੋਂ ਜਦੋਂ ਹੁਣ ਝੋਨੇ ਦਾ ਸੀਜ਼ਨ ਵਗੈਰਾ ਆਉਂਦਾ ਸੀ ਉਦੋਂ ਲੈ ਲਈ ਜਾਂਦੀ ਸੀ, ਜਾਂ ਇੱਦਾਂ ਦੀ ਕੋਈ ਮੁਸ਼ਕਿਲ ਆਉਂਦੀ ਸੀ ਤਾਂ ਲੈ ਲਿਆ ਜਾਂਦਾ ਸੀ ਉਹਨਾਂ ਤੋਂ, ਜਿਹੜਾ ਬਿਜਲੀ ਬੈਂਕ ਕਰੀ ਹੁੰਦੀ ਸੀਗੀ। ਤਾਂ ਹੁਣ ਉਹ ਵੀ ਨਹੀਂ ਹੈ। ਅਤੇ ਜੇ ਦੂਜੇ ਇਹ ਨਾਲ ਇਹ ਵੀ ਕਹਿ ਰਹੇ ਨੇ ਕਿ ਜਿਹੜੀ ਬਿਜਲੀ ਹੈ ਹੁਣ ਸਾਨੂੰ ਬਾਹਰੋਂ ਖਰੀਦਦੇ ਤਾਂ ਮਹਿੰਗੀ ਪੈ ਰਹੀ ਹੈ। ਦੂਜਾ ਪੰਜਾਬ ਦੇ ਸਿਰ 'ਤੇ ਇੱਕ ਹੋਰ ਜਿਹੜਾ ਖਰਚਾ ਖੜਾ ਹੋਏਗਾ ਉਹ ਜਿਹੜਾ ਇਹਨਾਂ ਨੇ ਸਮਝੌਤੇ ਕੀਤੇ ਹੋਏ ਨੇ ਸਰਕਾਰਾਂ ਨੇ, ਚਾਹੇ ਅਕਾਲੀ ਸਰਕਾਰ ਸੀ ਚਾਹੇ ਕਾਂਗਰਸ ਸੀਗੀ, ਪਹਿਲਾਂ ਤਾਂ ਬਿਆਨਬਾਜ਼ੀ ਕਰਦੇ ਸੀ ਕਿ ਅਸੀਂ ਆ ਕੇ ਪਹਿਲਾਂ ਸਮਝੌਤੇ ਰੱਦ ਕਰਾਂਗੇ ਜੀ, ਪ੍ਰਾਈਵੇਟ ਹੱਥਾਂ 'ਚ ਦਿੱਤੀ ਗਈ ਹੈ ਬਿਜਲੀ ਉਤਪਾਦਨ ਨੂੰ, ਤਾਂ ਉਹਨਾਂ ਨੂੰ ਜਿਹੜਾ ਪੈਸਾ ਜਾਣਾ ਤਾਂ ਸਿੱਧਾ ਜਾਣਾ ਹੀ ਜਾਣਾ। ਜੇ ਉਹਨਾਂ ਨੂੰ ਜਾਣਾ ਤਾਂ ਉਹਨਾਂ ਦੀ ਡਿਊਟੀ ਵੀ ਬਣ ਜਾਂਦੀ ਆ ਕਿ ਉਹ ਬਿਜਲੀ ਜਿੱਥੋਂ ਮਰਜ਼ੀ ਲੈ ਕੇ ਦੇਣ, ਜਿੱਥੋਂ ਜਿਵੇਂ ਮਰਜ਼ੀ ਸਪਲਾਈ ਕਰਨ। ਬਿਜਲੀ ਦੀ ਸਪਲਾਈ ਨਿਰੰਤਰ ਉਹਨਾਂ ਨੂੰ ਚਾਹੀਦੀ ਹੈ ਦੇਣੀ। ਅਤੇ ਇਹ ਗੱਲਾਂ ਸਾਰੀਆਂ ਹੁਣ ਸੋਚ ਵਿਚਾਰ ਕੌਣ ਕਰੇਗਾ? ਜਾਂ ਸਿਰਫ ਇਹ ਇੱਕ ਡਰਾਵਾ ਦਿੱਤਾ ਜਾ ਰਿਹਾ ਕਿ ਬਿਜਲੀ ਇੱਦਾਂ ਹੋ ਜਾਊ, ਪੰਜਾਬ ਹਨੇਰੇ 'ਚ ਆ ਜਾਊਗਾ, ਅਤੇ ਜਾਂ ਫਿਰ ਪ੍ਰਬੰਧ ਕਰਨੇ ਚਾਹੀਦੇ। ਸਰਕਾਰ ਨੂੰ ਅੱਗੇ ਆ ਕੇ ਦੱਸਣਾ ਚਾਹੀਦਾ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਦੱਸਣਾ ਚਾਹੀਦਾ ਕਿ ਬਿਜਲੀ ਦਾ ਸੱਚੀ ਮੁੱਚੀ ਸੰਕਟ ਹੈ ਵੀ, ਜਾਂ ਉੱਦਾਂ ਹੀ ਗੱਲਾਂ ਹੀ ਨੇ ਜਾਂ ਡਰਾਵੇ ਨੇ, ਤਾਂ ਜਾਂ ਫਿਰ ਉਹ ਕਿੱਥੋਂ ਬਿਜਲੀ ਲਿਆ ਕੇ ਦਊ, ਕਿਵੇਂ ਦਊ, ਕਿਹੜੇ ਰੇਟ ਦਊ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਲੀਅਰ ਕਰਨੀਆਂ ਚਾਹੀਦੀਆਂ। ਫਿਲਹਾਲ ਦੀ ਘੜੀ ਜਿਹੜਾ ਹੈਗਾ ਉਹ ਜੇ ਅਖਬਾਰਾਂ ਦੀਆਂ ਸੁਰਖੀਆਂ ਦੇਖੀਆਂ ਜਾਵੇ ਜਾਂ ਲੋਕਾਂ ਦੇ ਬਿਆਨਬਾਜ਼ੀ ਦੇਖੀ ਜਾਵੇ ਤਾਂ ਉਹ ਹੀ ਹੈ ਕਿ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਬਿਲਕੁਲ। ਇਹਦੇ ਵਿਚਾਲੇ ਇੱਕ ਹੋਰ ਵੱਡੀ ਖਬਰ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਇੱਕ ਚਰਚਾ ਹੋ ਰਹੀ ਹੈ ਕਿ ਪਰਾਲੀ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਜੋ ਫੈਸਲੇ ਲਏ, ਉਹ ਉਸ ਤੋਂ ਬਾਅਦ ਕੇਂਦਰ ਨੇ ਫਿਰ ਉੱਥੇ ਜਾ ਕੇ ਆਪਣੇ ਵੱਲੋਂ ਕਿਹਾ ਕਿ ਅਸੀਂ ਜਿਹੜਾ ਇਹਦੇ ਉੱਤੇ ਕਾਨੂੰਨ ਲੈ ਕੇ ਆ ਰਹੇ ਹਾਂ ਪਰਾਲੀ ਪ੍ਰਦੂਸ਼ਣ ਉੱਤੇ। ਨਵਾਂ ਕਾਨੂੰਨ ਜਿਹੜਾ ਉਹਨੂੰ ਕਿੱਦਾਂ ਦੇਖਦੇ ਹੋ ਕਿ ਇੱਕ ਚਰਚਾ ਇਹ ਹੋ ਰਹੀ ਹੈ ਕਿ ਕਰੋੜਾਂ ਰੁਪਏ ਜੁਰਮਾਨਾ ਜਿਹੜਾ ਕਿਸਾਨਾਂ ਨੂੰ ਲਾਇਆ ਜਾਵੇਗਾ, ਸਜ਼ਾ ਦਾ ਵੀ ਜਿਹੜਾ ਕਿਹਾ ਜਾ ਰਿਹਾ ਹੈ ਕਿ ਸਜ਼ਾ ਵੀ ਹੋ ਸਕਦੀ ਹੈ, ਉਹ ਕੀ ਕੁਝ ਆ ਮਾਮਲਾ? ਉਹਦੇ ਵਿੱਚ ਇਹੀ ਸੀਗਾ, ਪਹਿਲਾਂ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਇੱਕ ਗੱਲ ਗਈ ਸੀਗੀ ਪ੍ਰਦੂਸ਼ਣ ਕਰਕੇ। ਉਹਦੇ ਵਿੱਚ ਪਹਿਲਾਂ ਇੱਕ ਕਮੇਟੀ ਬਣਾਉਣ ਦੀ ਸਿਫਾਰਿਸ਼ ਹੋਈ ਸੀਗੀ ਕਿ ਕਮੇਟੀ ਬਣਾ ਕੇ ਦੇਖਿਆ ਜਾਊਗਾ। ਤਾਂ ਉਹ ਤੋਂ ਬਾਅਦ ਜਦੋਂ ਕੇਸ ਦੁਬਾਰਾ ਸੁਪਰੀਮ ਕੋਰਟ ਦੇ ਵਿੱਚ ਗਿਆ ਜਾਂ ਪੈਂਡਿੰਗ ਸੀ ਹਾਲੇ, ਤਾਂ ਉਦੋਂ ਉੱਥੇ ਕੇਂਦਰ ਸਰਕਾਰ ਨੇ ਆਪਣਾ ਬਿਆਨ ਦਿੱਤਾ ਕਿ ਅਸੀਂ ਜਲਦੀ ਕਾਨੂੰਨ ਬਣਾਉਣ ਜਾ ਰਹੇ ਹਾਂ, ਆਰਡੀਨੈਂਸ ਵੀ ਲੈ ਆਵਾਂਗੇ ਇਹਦੇ ਬਾਰੇ ਵੀ। ਅਤੇ ਉਹ ਅੱਜ ਜਿਹੜਾ ਕਲੀਅਰ ਹੋਇਆ ਅਤੇ ਉਹਦੇ ਵਿੱਚ ਇਹ ਪ੍ਰਾਵਧਾਨ ਰੱਖਿਆ ਗਿਆ, ਇਹਦੇ 'ਚ ਕੀਤਾ ਗਿਆ ਕਿ 1 ਕਰੋੜ ਰੁਪਇਆ ਜਿਹੜਾ ਹੈਗਾ ਜੁਰਮਾਨਾ, 1 ਕਰੋੜ ਜੁਰਮਾਨਾ ਅਤੇ 5 ਸਾਲ ਦੀ ਸਜ਼ਾ। ਇਹ ਜੇ ਕੋਈ ਪਰਾਲੀ ਸਾੜਦਾ ਇੱਦਾਂ ਮਤਲਬ ਉਹਦੇ 'ਤੇ ਲਾਗੂ ਹੋਏਗਾ ਇਹ। ਸੋ ਹੁਣ ਗੱਲ ਤਾਂ ਇਹੀ ਸੀਗੀ ਕਿ ਸਜ਼ਾ ਰੱਖਤੀ, ਜੁਰਮਾਨਾ ਰੱਖਤਾ ਬਹੁਤ ਵੱਡਾ, ਅਤੇ ਉਹਦਾ ਹੱਲ ਕੋਈ ਨਹੀਂ। ਕਿਸਾਨ ਜਾਵੇ ਕਰੇ ਕੁਛ ਕਰੇ, ਅੰਨ ਵੀ ਗਾਵੇ, ਪਾਣੀ ਵੀ ਆਪਦੀ ਕਿੱਲਤ ਹੈ ਤਾਂ ਉਹ ਵੀ ਦੇਖੇ, ਡੀਜ਼ਲ ਵੀ ਫੁੱਕੇ, ਬਿਜਲੀ ਹੈ ਤਾਂ ਉਹ ਵੀ ਆਪ ਉਹਦੇ ਨਾਲ 2-4 ਹੱਥ ਆਪ ਕਰੇ। ਕਿਸਾਨ ਦੀ ਜ਼ਿੰਮੇਵਾਰੀ ਹੈ, ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ। ਅਤੇ ਜੇ ਕੋਈ ਮਹਿੰਗਾਈ ਵੱਧਦੀ ਹੈ, ਖਾਦਾਂ ਦੇ ਰੇਟ ਵੱਧਦੇ ਨੇ, ਬੀਜ ਗੰਦਾ ਮਿਲਦਾ ਹੈ, ਘਟੀਆ ਮਿਲਦਾ, ਜਾਂ ਪੈਸਟੀਸਾਈਡ ਜਿਹੜੇ ਹੈਗੇ ਆ ਉਹ ਘਟੀਆ ਮਿਲਦੇ ਨੇ, ਫਸਲ ਮਰ ਜਾਂਦੀ ਹੈ, ਹੜ੍ਹ ਆਉਂਦੇ ਨੇ, ਸਭ ਕਿਸਾਨ ਦੇਖੇ। ਇਹਨਾਂ ਨੂੰ ਕਿਸਾਨ ਬੈਠੇ ਬਿਠਾਏ ਨੂੰ ਅੰਨ ਲਿਆ ਕੇ ਘਰੇ ਦੇ ਦੇਵੇ, ਠੀਕ ਹੈ। ਬਾਕੀ ਸਾਰੀ ਜ਼ਿੰਮੇਵਾਰੀ ਤੋਂ ਜਿਹੜੀਆਂ ਸਰਕਾਰਾਂ ਨੇ ਉਹ ਪੱਲਾ ਝਾੜ ਰਹੀਆਂ ਨੇ। ਹੁਣ ਪਰਾਲੀ ਤੋਂ ਵੀ ਝਾੜ ਕੇ ਬਹਿ ਗਈਆਂ, ਜਦ ਕਿ ਪਹਿਲਾਂ ਕੋਰਟ ਦੇ ਵਿੱਚ ਹੀ ਕਿਹਾ ਗਿਆ ਸੀਗਾ ਕਿ 2400 ਰੁਪਏ ਸਾਲਾਨਾ ਪਰ ਏਕੜ ਪਰਾਲੀ ਦੇ ਲਈ ਦਿੱਤਾ ਜਾਊਗਾ। 2020 ਦੇ ਵਿੱਚ ਵੀ ਸਾਲ ਵੀ ਕੀਤਾ ਗਿਆ ਸੀ ਇਹ, ਪਰ ਲੇਕਿਨ ਪੰਜਾਬ ਸਰਕਾਰ ਤਾਂ ਦੇ ਹੀ ਨਹੀਂ ਪਾਈ, ਬਕਾਇਆ ਵੀ ਖੜਾ। ਅਤੇ ਇਹ ਕਿੱਥੋਂ ਕਰਨਗੇ ਵਿਚਾਰੇ ਇਹ? ਅਤੇ ਇਹਨਾਂ ਚੀਜ਼ਾਂ ਦਾ ਹੱਲ ਨਾ ਕਰਨ ਦੀ ਬਜਾਏ
ਹੱਲ ਕੀਤਾ ਜਾਣਾ ਚਾਹੀਦਾ ਸੀ, ਪਰ ਉਹ ਨਹੀਂ ਕੀਤਾ ਜਾਂਦਾ। ਤੇ ਕਿਸਾਨਾਂ ਨੂੰ ਇਹ ਕਿਹਾ ਜਾਂਦਾ ਜੋ ਮਰਜ਼ੀ ਕਰੋ, ਸਾਨੂੰ ਤਾਂ ਮਹਿੰਗੇ ਭਾਅ ਖਰੀਦ ਕਰਕੇ, ਖੇਤੀ ਕਰਕੇ ਮਹਿੰਗੇ ਭਾਅ ਆਪਣੇ ਸਿਰ ਕਰਜ਼ੇ ਚੜਾ ਕੇ ਚਾਹੇ ਮਰੋ ਤੁਸੀਂ, ਪਰ ਸਾਨੂੰ ਅਨਾਜ ਪੈਦਾ ਕਰਕੇ ਦੇ ਦਿਓ। ਟਰੈਕਸ ਦੇ ਉੱਤੇ ਬੈਠੋ, ਜੋ ਮਰਜ਼ੀ ਕਰੋ ਜੀ। ਸਿਆਸੀ ਲੀਡਰਾਂ ਨੂੰ ਕਿੱਦਾਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ, ਜਦੋਂ ਭਗਵੰਤ ਮਾਨ ਜਾ ਕੇ ਲੋਕਾਂ ਵਿੱਚ ਵਿਚਰਦੇ ਨੇ ਤਾਂ ਕਿਤੇ ਨਾ ਕਿਤੇ ਭਗਵੰਤ ਮਾਨ ਦਾ ਵਿਰੋਧ ਜਿਹੜਾ ਉਹ ਵੀ ਸਾਹਮਣੇ ਆ ਰਿਹਾ। ਤੁਸੀਂ ਦੇਖਿਆ ਹੋਣਾ ਕੱਲ੍ਹ ਤੋਂ ਇੱਕ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਹਦੇ ਵਿੱਚ ਭਗਵੰਤ ਮਾਨ ਨੂੰ ਪੁੱਛਿਆ ਜਾ ਰਿਹਾ ਕਿ ਹੁਣ ਜਾ ਕੇ ਜੰਤਰ ਮੰਤਰ ਤੇ ਕਿਉਂ ਨਹੀਂ ਬਹਿੰਦੀ ਆਮ ਆਦਮੀ ਪਾਰਟੀ, ਇਹਨੂੰ ਕਿੱਦਾਂ ਦੇਖਦੇ? ਦੇਖੋ, ਪੋਲਿਸੀ ਹਰ ਇੱਕ ਪਾਰਟੀ ਦੀ ਆਪਣੀ ਹੁੰਦੀ ਹੈ। ਆਪਾਂ ਇਹ ਨਹੀਂ ਗੱਲ ਕਰਦੇ ਕਿ ਫਲਾਣੀ ਪਾਰਟੀ ਨੇ ਕਿਹਾ, ਢਮਕਾਣੀ ਨੇ ਇੱਦਾਂ ਕਿਹਾ। ਪੋਲਿਸੀ ਉਹਨਾਂ ਦੀ ਆਪਣੀ ਹੁੰਦੀ ਹੈ। ਉਹਨਾਂ ਦਾ ਮਤਲਬ ਇਹ ਹੁੰਦਾ ਕਿ ਅਸੀਂ ਕਿੱਥੋਂ ਕਿਵੇਂ ਵੋਟ ਲੈ ਸਕਦੇ ਹਾਂ। ਬਿਆਨਬਾਜ਼ੀ ਦਾ ਮਤਲਬ ਇਹੀ ਹੁੰਦਾ ਕਿ ਵੋਟ ਕਿਵੇਂ ਕੈਪਚਰ ਕਰੀਏ। ਕੋਈ ਪਾਰਟੀ ਹੈ, ਮੈਂ ਆਮ ਆਦਮੀ ਪਾਰਟੀ ਦੀ ਇਕੱਲੀ ਦੀ ਗੱਲ ਨਹੀਂ ਕਰ ਰਿਹਾ, ਇਹ ਉੱਥੇ ਬਿਆਨ ਦਿੰਦੇ ਨੇ ਜਿੱਥੇ ਇਹਨਾਂ ਨੂੰ ਪਤਾ ਹੁੰਦਾ ਕਿ ਇੱਥੋਂ ਇਹ ਬਿਆਨ ਨਾਲ ਮੈਨੂੰ ਵੋਟ ਮਿਲਣੀ ਹੈ। ਬਿਆਨ ਹੀ ਸਿਰਫ, ਉਹਦੇ 'ਤੇ ਕਾਰਵਾਈ ਕਦੋਂ ਹੋਣਾ, ਅਮਲ ਕਦੋਂ ਹੋਣਾ, ਉਹ ਦੇਖੀ ਜਾਊਗੀ। ਉਹ ਪਤਾ ਨਹੀਂ ਹੁੰਦਾ ਕਿਸੇ ਨੂੰ। ਜੇ ਆਪਾਂ ਸੁਹਿਰਦ ਕਹਿੰਦੇ ਆਪਾਂ, ਠੀਕ ਹੈ, ਆਮ ਆਦਮੀ ਪਾਰਟੀ ਸੁਹਿਰਦ ਹੋਣੀ, ਪੰਜਾਬ ਦੇ ਲਈ ਕੁਝ ਕੰਮ ਕਰ ਸਕਦੀ ਹੋਣੀ, ਉਹਨਾਂ ਦੇ ਬਿਆਨਾਂ ਤੋਂ ਪਤਾ ਲੱਗਦਾ, ਉਹਨਾਂ ਦੇ ਦਾਅਵਿਆਂ ਤੋਂ ਇਹ ਗੱਲ ਹਾਲੇ ਤੱਕ ਸਾਹਮਣੇ ਆਉਂਦੀ ਹੈ ਕਿ ਸੱਚੀ ਮੁੱਚੀ ਸ਼ਾਇਦ ਇਹ ਪੰਜਾਬ ਦਾ ਸਵਾਰ ਦੇਣ। ਲੇਕਿਨ ਜੇ ਸਵਾਰ ਸਕਦੇ ਨੇ ਤਾਂ ਹੁਣ ਵੀ ਪਿੱਛੇ ਕਿਉਂ ਹਟੇ ਹੋਏ ਨੇ? ਠੀਕ ਹੈ, ਜੇ ਜਿੱਦਾਂ ਪਹਿਲਾਂ ਧਰਨੇ ਦੇ ਉੱਤੇ ਬੈਠੇ ਸੀਗੇ ਅੰਨਾ ਹਜ਼ਾਰੇ ਵੇਲੇ ਕੇਜਰੀਵਾਲ, ਉਹ ਵੀ ਲੋਕ ਸੰਘਰਸ਼ ਸੀਗਾ, ਇਹ ਵੀ ਲੋਕ ਸੰਘਰਸ਼ ਹੈ। ਇਹ ਇਕੱਲੇ ਪੰਜਾਬ ਦਾ ਤਾਂ ਨਹੀਂ। ਤੇ ਕਿਸਾਨ ਇਹ ਵੀ ਪੁੱਛਦੇ ਨੇ ਨਾ, ਕਹਿੰਦੇ ਹੁਣ ਕੇਜਰੀਵਾਲ ਸਾਹਿਬ ਕਿਉਂ ਨਹੀਂ ਉੱਥੇ ਬਹਿੰਦੇ, ਉਹ ਪਹਿਲਾਂ ਵਾਂਗੂ ਕਿਉਂ ਨਹੀਂ ਸੰਘਰਸ਼ ਵਿੜਦੇ? ਵੀ ਤਾਂ ਕਿਸਾਨਾਂ ਦੀ ਗੱਲ, ਲੋਕਾਂ ਦੀ ਗੱਲ ਹੈ। ਮੈਂ ਉਹੀ ਗੱਲ ਕਰਦਾ ਕਿ ਹੁਣ ਵੀ ਸੰਘਰਸ਼ ਦਿੱਲੀ ਤੋਂ ਵੀ ਸ਼ੁਰੂ ਹੋ ਜਾਣਾ ਚਾਹੀਦਾ ਸੀ। ਹੁਣ ਕੱਲ੍ਹ ਦੇਖੋ ਤੁਸੀਂ, ਆਪਣਾ ਜਿਹੜਾ ਹਰਿਆਣਾ ਆ, ਉਹਨਾਂ ਨੇ ਵੀ ਟੋਲ ਪਲਾਜ਼ੇ ਬੰਦ ਕਰ ਦਿੱਤੇ ਆ। ਹਾਲਾਂਕਿ 5 ਪੁਲਿਸ ਦੀਆਂ ਟੀਮਾਂ ਭੇਜੀਆਂ ਸੀਗੀਆਂ ਡੱਬ ਵਾਲੀ ਰੋਡ ਦੇ ਉੱਤੇ, ਅਤੇ ਉਹ ਜਿਹੜੇ ਟੋਲ ਪਲਾਜ਼ੇ ਨੇ ਉਹਨਾਂ ਨੇ ਕਬਜ਼ਾ ਕੀਤਾ, ਜਿਨ੍ਹਾਂ ਨੇ ਉਹਨਾਂ ਨੂੰ ਬੰਦ ਕੀਤੇ ਨੇ, ਬਿਨਾਂ ਪਰਚੀ ਮੁਕਤ ਕਰਤੇ ਆ। ਉਹ ਕਿਸਾਨਾਂ ਨੂੰ ਹਟਾਉਣ ਵਾਸਤੇ, ਕਿਉਂਕਿ ਬੀਜੇਪੀ ਸਰਕਾਰ ਹੈ ਹਰਿਆਣੇ 'ਚ, ਅਤੇ ਉਹ 5 ਪੁਲਿਸ ਟੀਮਾਂ ਭੇਜੀਆਂ ਸੀਗੀਆਂ, ਲੇਕਿਨ ਉਹਨਾਂ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਉੱਥੇ ਜਾ ਕੇ ਆਪਣਾ ਲਾਤਾ ਧਰਨਾ। ਹੁਣ ਪਰਚੀ ਮੁਕਤ ਚੱਲ ਰਹੇ ਨੇ ਉਹ, ਅਤੇ ਕਿੱਥੇ ਕਿੱਥੇ ਜਾ ਕੇ ਰੋਕੂਗੇ? ਇਹ ਗੱਲ ਸਪਸ਼ਟ ਹੋ ਰਹੀ ਹੈ ਨਾ ਹੁਣ ਤਾਂ ਕਿ ਪੂਰਾ ਦੇਸ਼ ਇਸ ਕਾਨੂੰਨ ਦੇ ਵਿਰੁੱਧ ਹੈ। ਅਤੇ ਇਹ ਵੀ ਲੋਕ ਸੰਘਰਸ਼ ਹੋਇਆ ਨਾ। ਅਤੇ ਹੁਣ ਆਮ ਆਦਮੀ ਪਾਰਟੀ ਸਿਰਫ ਬਿਆਨ ਕਿਉਂ ਦਿੰਦੀ ਹੈ? ਕੇਜਰੀਵਾਲ ਖੁੱਲ੍ਹ ਕੇ ਸਾਹਮਣੇ ਕਿਉਂ ਨਹੀਂ ਆਉਂਦੇ ਸੈਂਟਰ ਗੌਰਮੈਂਟ ਦੇ ਅਗੇਂਸਟ? ਬਾਕੀ ਮਾਮਲਿਆਂ ਦੇ ਵਿੱਚ ਆ ਜਾਂਦੇ ਨੇ, ਜਾਂ ਕੇਵਲ ਹਾਲੇ ਦਿੱਲੀ ਦਾ ਹੀ ਸੋਚਦੇ ਨੇ ਉਹ। ਉਹਨਾਂ ਨੂੰ ਇਹ ਤਾਂ ਨਹੀਂ ਡਰ ਕਿਤੇ ਕਿ ਦਿੱਲੀ ਦੇ ਫੰਡ ਰੁਕ ਜਾਣਗੇ, ਜਿਵੇਂ ਪੰਜਾਬ ਦੇ ਫੰਡ ਰੋਕ ਲਏ ਗਏ ਆ। ਹੁਣ RDF ਰੋਕ ਲਿਆ ਗਿਆ, ਜਿਵੇਂ ਪੰਜਾਬ ਦੇ ਨਾਲ ਇੱਕ ਤਾਂ ਝਟਕਾ ਹੋਰ ਦੇਤਾ ਨਾ। ਤੁਹਾਨੂੰ ਪਤਾ ਹੋਊਗਾ ਕਿ RDF ਰੋਕ ਲਿਆ। ਹੁਣ RDF ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੁੰਦਾ, ਉਹ 3% ਦੀ ਲਾਉਂਦੇ ਆ ਝੋਨੇ ਅਤੇ ਕਣਕ ਦੇ ਉੱਤੇ ਲਾ ਕੇ। ਪ੍ਰੋਵੀਜ਼ਨਲ ਜਿਹੜੀ ਸ਼ੀਟ ਹੁੰਦੀ ਹੈ ਬਣਾ ਕੇ ਭੇਜ ਦਿੱਤੀ ਜਾਂਦੀ ਹੈ ਉਹ, ਅਤੇ ਉਹ ਉੱਥੇ ਉਹਨਾਂ ਨੇ ਜ਼ੀਰੋ ਕਰਤਾ ਹੈਗਾ। ਇੱਥੇ ਹੀ ਨਹੀਂ ਰੋਕਿਆ ਹੀ ਨਹੀਂ ਕੇਵਲ, ਅਤੇ ਉਹਦੇ 'ਤੇ ਜਿਹੜੇ ਉਹਨਾਂ ਨੇ ਇਹ ਵੀ ਪੁੱਛਿਆ, ਜਾਂਚ ਕਰ ਰਹੇ ਆ, ਇਹਦੀ ਆਰੰਭ ਕਰ ਰਹੇ ਆ ਕਿ ਜਿਹੜੀ ਸੂਬਾ ਸਰਕਾਰ ਹੈ ਇਹ ਖਰਚ ਕਿੱਥੇ ਕਰਦੀ ਹੈ, ਕਿਵੇਂ ਕਰਦੀ ਹੈ। ਸੋ ਇਹ ਗੱਲਾਂ ਜਿੱਦਾਂ ਪੰਜਾਬ ਦੇ ਨਾਲ ਧੱਕਾ ਕਰਿਆ ਜਾ ਰਿਹਾ, ਇਵੇਂ ਦਿੱਲੀ ਨਾਲ ਵੀ ਹੋ ਸਕਦਾ। ਕਿਤੇ ਇਸ ਡਰੋਂ ਤਾਂ ਨਹੀਂ ਬੈਠੇ ਕੇਜਰੀਵਾਲ ਪਿੱਛੇ ਹਟ ਕੇ ਕਿ ਜੋ ਹੁੰਦਾ ਜਦੋਂ ਪੰਜਾਬ ਤੱਕ ਹੋ ਰਿਹਾ ਹੋ ਜਾਣ, ਜਦੋਂ ਦਿੱਲੀ ਆਊ ਦੇਖੀ ਜਾਊਗੀ। ਪਰ ਆਮ ਆਦਮੀ ਪਾਰਟੀ ਤੇ ਇੱਥੇ ਗੱਲ ਕਹਿੰਦੀ, ਭਗਵੰਤ ਮਾਨ ਸਾਹਿਬ ਕਹਿੰਦੇ ਕਿ ਅਸੀਂ ਜਿਹੜਾ ਉਹ ਕਿਸਾਨਾਂ ਦੇ ਪੈਰਲਲ ਕੋਈ ਵੀ ਪ੍ਰੋਗਰਾਮ ਨਹੀਂ ਲਿਆਉਣਾ ਚਾਹੁੰਦੇ, ਇਸ ਕਰਕੇ ਅਸੀਂ ਅਜਿਹਾ ਫੈਸਲਾ ਨਹੀਂ ਲੈ ਰਹੇ, ਤਾਂ ਹੀ ਜਿਹੜਾ ਉਹ ਜੰਤਰ ਮੰਤਰ ਤੇ ਧਰਨਾ ਨਹੀਂ ਦੇ ਰਹੇ। ਉਹ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ। ਹੋਰ ਵੀ ਆਮ ਆਦਮੀ ਪਾਰਟੀ ਲੀਡਰ ਇਹ ਗੱਲ ਕਹਿੰਦੇ ਨੇ ਕਿ ਦਿੱਲੀ ਦੇ ਵਿੱਚ ਵੀ ਅਸੀਂ ਸ਼ਾਮਲ ਹੋਵਾਂਗੇ, ਪਰ ਸਾਡੀ ਪਾਰਟੀ ਦਾ ਝੰਡਾ ਨਹੀਂ ਹੋਏਗਾ, ਅਸੀਂ ਕਿਸਾਨਾਂ ਦੇ ਨਾਲ ਹਰ ਮਸਲੇ ਦੇ ਵਿੱਚ, ਕਿਸਾਨਾਂ ਦੇ ਹਰ ਧਰਨੇ ਸ਼ਾਮਲ ਹੋਵਾਂਗੇ। ਦੂਜੇ ਪਾਸੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਜਿਹੜੇ ਨੇ, ਉਹ ਇੱਕ ਵਾਰ ਫੇਰ ਇਸ ਮਸਲੇ ਦੇ ਉੱਤੇ ਜਾਂ ਪੰਜਾਬ ਦੇ ਅਧਿਕਾਰਾਂ ਨੂੰ ਲੈ ਕੇ ਉਹ ਇੱਕ ਨਵੀਂ ਲਹਿਰ ਲੈ ਕੇ ਆ ਰਹੇ ਨੇ। ਉਹਨੂੰ ਕਿੱਦਾਂ ਦੇਖਦੇ ਹੋ? ਅਗਲੇ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਨੇ ਮੇਰੇ ਖਿਆਲ 15-16 ਤਰੀਕ ਦੇ ਲਾਗੇ ਕੋਈ ਨਵੰਬਰ ਦੇ ਵਿੱਚ ਕੁਝ ਸ਼ੁਰੂ ਕਰਨਾ। ਉਸ ਤੋਂ ਪਹਿਲਾਂ ਜੇ ਆਪਾਂ ਦੇਖੀਏ ਕਿ ਕਿਸਾਨਾਂ ਦਾ ਮਸਲਾ ਜਿਹੜਾ ਉਹ ਆਲਰੇਡੀ ਬੜਾ ਭਖਿਆ ਹੋਇਆ, ਕਿਸਾਨ ਆਪਣੇ ਪੱਧਰ 'ਤੇ ਬੜਾ ਵਧੀਆ ਤਰੀਕੇ ਨਾਲ ਇੱਕ ਜੰਗ ਲੜ ਰਹੇ ਨੇ, ਆਰ-ਪਾਰ ਦੀ ਲੜਾਈ 'ਤੇ ਉਤਰੇ ਹੋਏ ਨੇ। ਦੂਜੇ ਪਾਸੇ ਕਾਂਗਰਸ ਦਾ ਵੀ ਕਿਸਾਨ ਜਿਹੜੇ ਵਿਰੋਧ ਕਰਦੇ ਨੇ ਕਿ ਤੁਸੀਂ ਆ ਕੇ ਧੰਨਵਾਦ ਰੈਲੀਆਂ ਜਾਂ ਧੰਨਵਾਦ ਪ੍ਰੋਗਰਾਮ ਸਾਡੇ ਨਾਲ ਕਰ ਰਹੇ ਹੋ, ਤਾਂ ਤੁਸੀਂ ਇਹਦੇ ਨਾਲ ਕਿਸਾਨਾਂ ਨੂੰ ਕਿਤੇ ਨਾ ਕਿਤੇ ਡੀਰੇਲ ਮੁੱਦਾ ਹੋ ਰਿਹਾ ਸਾਡੇ ਵਾਲਾ, ਉਹਨੂੰ ਚੱਲਣ ਦਿਓ, ਆਪਣੇ ਮਸਲੇ ਨਾ ਸਾਹਮਣੇ ਲੈ ਕੇ ਆਓ। ਤੇ ਲੋਕ ਇਨਸਾਫ ਪਾਰਟੀ ਜਦੋਂ ਇਹ ਕੁਝ ਕਰਦੀ ਹੈ ਜਾਂ ਇਹ ਪਾਰਟੀਆਂ ਇੱਦਾਂ ਕਰਦੀਆਂ, ਉਹਨੂੰ ਕਿੱਦਾਂ ਦੇਖਦੇ ਹੋ? ਦੇਖੋ, ਹਰ ਇੱਕ ਪਾਰਟੀ ਆਪਣਾ ਨਾਂ ਚਮਕਾਉਣਾ ਚਾਹੁੰਦੀ ਹੈ। ਮੁੱਦਾ ਬਹੁਤ ਵੱਡਾ ਆ, ਛੋਟਾ ਜਿਹਾ ਮੁੱਦਾ ਹੈ ਨਹੀਂ। ਕਿਵੇਂ ਕੈਸ਼ ਕਰਨਾ ਹੈ, ਕਿਵੇਂ ਇਹਨੂੰ ਕੈਪਚਰ ਕਰਨਾ ਹੈ, ਕਿਵੇਂ ਇਹਨੂੰ ਭੰਗ ਕਰਨਾ ਹੈ, ਕਿਵੇਂ ਖਤਮ ਕਰਨਾ ਹੈ, ਸਾਰਾ ਕੁਝ ਹੀ ਚੱਲਦਾ ਆ ਰਿਹਾ। ਕੌਣ ਇਹਦਾ ਕ੍ਰੈਡਿਟ ਲੈ ਸਕਦਾ,
ਕਿਵੇਂ ਅੱਗੇ ਹੋ ਕੇ ਲੈ ਸਕਦਾ, ਉਹ ਸਭ ਭੱਜੇ ਫਿਰਦੇ। ਤੁਸੀਂ ਪਹਿਲਾਂ ਦੇਖਿਆ ਹੀ ਹੈ, ਅਕਾਲੀ ਦਲ ਵੱਲੋਂ ਟਰੈਕਟਰ ਰੈਲੀ ਉਹ ਕੀਤੀ ਗਈ, ਚੰਡੀਗੜ੍ਹ ਦੇ ਵਿੱਚ ਚਲੇ ਗਏ, ਕਾਂਗਰਸ ਨੇ ਰਾਹੁਲ ਬੁਲਾ ਲਿਆ, ਆਮ ਆਦਮੀ ਪਾਰਟੀ ਵੀ ਆਪਣੇ ਰੋਸ ਰੈਲੀਆਂ ਜਾਂ ਪਿੰਡਾਂ ਦੇ ਵਿੱਚ ਜਾਣ ਨੂੰ, ਜਾਂ ਉਹਨੂੰ ਕਹਿੰਦੇ ਮਤੇ ਪਵਾਓ ਜੀ, ਠੀਕ ਹੈ, ਉਹ ਕੰਮ ਕਰਦੇ ਰਹੇ। ਬੈਂਸ ਭਰਾ ਵੀ ਚੱਲਦੇ ਰਹੇ ਵਿੱਚ ਹੀ, ਸਾਰੀਆਂ ਪਾਰਟੀਆਂ ਮਤਲਬ ਕਹਿ ਲਓ। ਹੁਣ ਬੈਂਸ ਭਰਾਵਾਂ ਨੇ ਨਵਾਂ ਜਿਹੜਾ ਪੰਜਾਬ ਅਧਿਕਾਰ ਮੋਰਚਾ ਜਾਂ ਕੋਈ ਅੰਦੋਲਨ ਹੈ ਜਾਂ ਮਾਰਚ ਹੈ ਜੋ ਹੈ ਉਹ ਸ਼ੁਰੂ ਕਰ ਰਹੇ ਹੈ। ਤਾਂ ਉਹਨਾਂ ਇਹ ਚੀਜ਼ਾਂ ਸਿਰਫ ਐਂ ਕਹਿ ਲਓ ਕਿ ਆਪਾਂ ਕ੍ਰੈਡਿਟ ਲੈਣ ਵਾਸਤੇ ਹੁੰਦੀਆਂ ਨੇ। ਇਹਨਾਂ ਨੂੰ ਸਿਆਸਤ ਦਾ ਕੰਮ ਹੈ ਇਹ, ਤੇ ਉਹ ਕਰ ਰਹੇ ਨੇ। ਵਗਦੀ ਗੰਗਾ 'ਚੋਂ ਹੱਥ ਧੋਣ ਵਾਲੇ ਸਿਆਸਤ ਦਾ ਕੰਮ ਹੈ ਇਹ, ਸਿਆਸੀ ਬੰਦਿਆਂ ਦਾ ਕੰਮ ਹੈ। ਸਿਆਸਤ ਦੇ ਨਾਲ ਹੀ ਚੱਲਦੀ ਹੈ ਤੇ ਕਰ ਰਹੇ ਨੇ। ਵਗਦੀ ਗੰਗਾ 'ਚ ਜਿਵੇਂ ਤੁਸੀਂ ਕਹਿ ਰਹੇ ਹੋ ਹੱਥ ਧੋ ਹੀ ਰਹੇ ਨੇ, ਹਰ ਇੱਕ ਧੋਣਾ ਚਾਹੁੰਦਾ। ਗੱਲ ਉਹ ਨਹੀਂ, ਹੁਣ ਗੱਲ ਤਾਂ ਇੰਨੀ ਕੁ ਹੈ ਕਿ ਜੇ ਸੱਚੀ ਮੁੱਚੀ ਸੁਹਿਰਦ ਨੇ ਤੁਹਾਡਾ, ਇੱਥੇ ਸੰਘਰਸ਼ ਕਰਨ ਨਾਲ ਕੀ ਹੋਣਾ? ਇੱਥੇ ਤਾਂ ਕਿਸਾਨ ਬੈਠੇ ਹੀ ਨੇ, ਇੱਥੇ ਤਾਂ ਲੋਕ ਬੈਠੇ ਹੀ ਨੇ, ਸੰਘਰਸ਼ ਕਰ ਰਹੇ ਨੇ, ਅੰਦੋਲਨ ਕਰ ਰਹੇ ਨੇ, ਰਾਤ ਦਿਨ ਲੱਗੇ ਹੋਏ ਨੇ। ਸੜਕਾਂ ਵਜਾਈ, ਰੇਲ ਲਾਈਨਾਂ, ਹੋਰ ਜਿੱਥੇ ਜਿੱਥੇ ਉਹਨਾਂ ਨੂੰ ਦਿਲ ਕਰਦਾ ਧਰਨੇ ਲਾ ਹੀ ਰਹੇ ਨੇ, ਨਾਅਰੇਬਾਜ਼ੀ ਕਰ ਹੀ ਰਹੇ ਨੇ। ਇਹਨਾਂ ਨਾਅਰਿਆਂ ਦੀ ਗੂੰਜ ਦਿੱਲੀ ਤੱਕ ਜਾ ਰਹੀ ਹੈ ਆਲਰੇਡੀ। ਪਰ ਤੁਹਾਡਾ ਕੰਮ ਤਾਂ ਸਿੱਧਾ ਜਾ ਕੇ ਉੱਥੇ ਪ੍ਰਧਾਨ ਮੰਤਰੀ ਦੇ ਦਫ਼ਤਰਾਂ 'ਤੇ ਸ਼ੁਰੂ ਹੁੰਦਾ ਨਾ। ਤੁਸੀਂ ਤਾਂ ਨੁਮਾਇੰਦੇ ਹੋ, ਤੁਹਾਨੂੰ ਤਾਂ ਸਾਰਿਆਂ ਨੂੰ, ਪੰਜਾਬ ਦੇ ਨੂੰ ਤਾਂ ਸਾਰਿਆਂ ਨੂੰ ਜਾ ਕੇ ਉੱਥੇ ਬੈਠ ਜਾਣਾ ਚਾਹੀਦਾ ਸੀ। ਲੋਕ ਉੱਥੇ ਜਾਣਗੇ, ਖਰਚ ਕਰਨਗੇ, ਆਪਣੀਆਂ ਜੇਬਾਂ ਢਿੱਲੀਆਂ ਕਰਨਗੇ। ਤੁਸੀਂ ਸਰਕਾਰੀ ਖਰਚਿਆਂ 'ਤੇ ਜਾਣਾ, ਸਰਕਾਰੀ ਪੈਟਰੋਲ ਫੂਕ ਕੇ ਜਾਣਾ, ਤੁਹਾਨੂੰ ਸਰਕਾਰੀ ਕੋਠੀਆਂ ਬਣੀਆਂ ਹੋਈਆਂ ਨੇ, ਰਹਿਣ ਸਹਿਣ ਫਰੀ ਆ ਤੁਹਾਡਾ, ਤੁਹਾਨੂੰ ਤਾਂ ਕੋਈ ਰੌਲਾ ਹੀ ਨਹੀਂ। ਕੁੱਕ ਤੁਹਾਡੇ ਕੋਲ ਨੇ, ਫੋਨ ਤੁਹਾਨੂੰ ਭੱਤਾ ਮਿਲਦਾ। ਤੁਸੀਂ ਇਹਨਾਂ ਵਿਚਾਰਿਆਂ ਦਾ ਖਰਚ ਕਰਾ ਕੇ ਉੱਥੇ ਕੀ ਕਰੋਗੇ? ਤੁਸੀਂ ਆਪ ਜਾ ਕੇ ਉੱਥੇ ਧਰਨੇ ਲਾਓ। ਸਾਰੇ ਦੇ ਸਾਰੇ ਪੰਜਾਬ ਦੇ MLA MP ਉੱਥੇ ਜਾਣੇ ਚਾਹੀਦੇ ਸੀ, ਰਾਜ ਸਭਾ ਮੈਂਬਰ। ਇੱਥੇ ਕੀ ਕਰਦੇ ਨੇ? ਬਿਨਾਂ ਖਰਚੇ ਤੋਂ ਉੱਥੇ ਬੈਠਣਾ ਸੀ ਇਹਨਾਂ ਨੇ। ਇੱਥੇ ਅੰਦੋਲਨ ਕਰਕੇ ਕਿਹਨੂੰ ਦੱਸਣਾ ਚਾਹੁੰਦੇ ਹੋ ਕਿ ਉਹ ਹੋ ਰਿਹਾ ਸਾਡੇ ਨਾਲ ਧੱਕਾ? ਇੱਥੇ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਧੱਕਾ ਹੋ ਰਿਹਾ, ਇਹ ਕਿਹਦੇ ਨਾਲ ਹੋ ਰਿਹਾ ਉਹ ਵੀ ਪਤਾ ਹੈ। ਗੱਲ ਤਾਂ ਇੱਥੇ ਇਹ ਹੈ ਕਿ ਗੱਲ ਸਾਰੀ ਵੋਟਾਂ ਦੀ ਹੈ ਕਿ ਵੋਟ ਕਿੱਥੇ ਹੈ, ਵੋਟ ਬੈਂਕ ਕਿੱਥੇ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਇੱਕ ਘਪਲੇ ਦੀ ਬੂ ਜਿਹੜੀ ਹੈ, ਆਪਾਂ ਕਹਿ ਲਈਏ ਕਿ ਉਹ ਸਾਹਮਣੇ ਆ ਰਹੀ ਹੈ ਕਿਤੇ ਨਾ ਕਿਤੇ। 268 ਕਰੋੜ ਰੁਪਏ ਜਿਹੜੇ ਕਹਿੰਦੇ ਨੇ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਖਰਚੇ ਗਏ। ਉਹਦੇ ਉੱਤੇ ਇੱਕ ਕਾਰਕੁਨ ਹੈ, ਕਹਿ ਲਈਏ ਕਿ ਉਸ ਨੇ RTI ਪਾਈ। RTI ਦੇ ਵਿੱਚ ਕੀ ਕੁਝ ਖੁਲਾਸਾ ਹੋਇਆ ਉਹ ਅਸੀਂ ਤੁਹਾਨੂੰ ਦੱਸਦੇ ਹਾਂ। ਪਰਮਿੰਦਰ ਜੀ, ਰਿਪੋਰਟ ਕਿੱਦਾਂ ਆ? ਜਿਹੜਾ ਘਪਲਾ ਕਹਿ ਲਓ ਇੱਕ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਲੱਗਦਾ ਹੈ, ਸ਼ੰਕਾ ਜਿਹਾ ਪੈਦਾ ਹੋ ਰਿਹਾ ਕਿ ਹੋ ਸਕਦਾ ਕਿ ਇਹਦੇ ਪਿੱਛੇ ਵੀ ਕੋਈ ਨਾ ਕੋਈ ਕਹਿ ਲਓ ਕਿ ਭ੍ਰਿਸ਼ਟਾਚਾਰ ਜਿਹੜਾ ਉਹ ਸਾਹਮਣੇ ਆਉਂਦਾ ਨਜ਼ਰ ਆ ਰਿਹਾ। ਦੇਖੋ 550 ਸਾਲਾ ਜਿਹੜਾ ਮਨਾਇਆ ਗਿਆ ਸੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀਗਾ, ਉਹਦੇ 'ਚ 268 ਕਰੋੜ ਰੁਪਏ ਦਾ ਖਰਚ ਜਿਹੜਾ ਹੈਗਾ ਉਹ ਦਿਖਾਇਆ ਗਿਆ ਕਿ 268 ਕਰੋੜ ਰੁਪਏ ਖਰਚੇ ਗਏ ਆ। ਅਤੇ ਉਹਦੇ ਵਿੱਚ ਕੀ ਹੈ ਕਿ 24 ਮਹਿਕਮਿਆਂ ਨੂੰ ਜਿਹੜਾ ਹੈ ਪੈਸਾ ਕਰੋੜਾਂ ਰੁਪਏ ਵੰਡਿਆ ਗਿਆ ਸੀਗਾ। ਅਤੇ ਉਹਦੇ ਵਿੱਚ ਇੱਕ ਗੱਲ ਤਾਂ ਇਹ ਸਾਹਮਣੇ ਆਈ ਕਿ ਵਰਤੋਂ ਸਰਟੀਫਿਕੇਟ ਤਾਂ ਕੁਛ ਇੱਕ ਮਹਿਕਮੇ ਨੇ ਦਿੱਤੇ ਆ, ਲੇਕਿਨ RTI ਐਕਟੀਵਿਸਟ ਹੈ ਕੋਈ ਜਿਹੜਾ ਪਟਿਆਲੇ ਤੋਂ ਸ਼ਾਇਦ ਹੈ, ਉਹ ਉਹਨਾਂ ਨੇ 10 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਜਿੱਥੇ ਇੱਥੇ ਪਤਾ ਲੱਗਿਆ, ਉਹਨਾਂ ਦੇ ਵਿੱਚ ਜ਼ਿਆਦਾਤਰ ਖਰਚਿਆਂ ਦਾ ਵੇਰਵਾ ਤਾਂ ਮਿਲ ਗਿਆ, ਲੇਕਿਨ ਨਾ ਤਾਂ ਬਿੱਲ ਮਿਲੇ ਆ ਅਤੇ ਨਾ ਹੀ ਖਰਚੇ ਸੰਬੰਧੀ ਕੋਈ ਕਿਸੇ ਤਰ੍ਹਾਂ ਦਾ ਵੀ ਕਿੱਥੇ ਕੀ ਸੱਚੀ ਮੁੱਚੀ ਕਿੰਨਾ ਪੈਸਾ ਕੀ ਹੋਇਆ, ਉਹ ਕੁਛ ਵੀ ਨਹੀਂ ਮਿਲਿਆ ਉਹਨਾਂ ਦਾ। ਬਾਕੀ ਡਾਟਾ ਸਾਰਾ ਗਾਇਬ ਹੈ। ਈਵਨ ਮੇਰੇ ਕੋਲ ਕੁਛ ਰਿਪੋਰਟ ਦੇ ਅੰਸ਼ ਹੈਗੇ ਨੇ, ਜਿੱਦਾਂ ਉਹ ਦੱਸਦੇ ਆ ਕਿ 3 ਜ਼ਿਲ੍ਹਿਆਂ ਦੇ ਵਿੱਚ ਹੁਸ਼ਿਆਰਪੁਰ, ਕਪੂਰਥਲਾ ਅਤੇ ਗੁਰਦਾਸਪੁਰ ਨੇ ਸਮਾਗਮਾਂ 'ਚ ਜਿਹੜੀ ਖਰਚੀ ਗਈ ਹੈ ਰਾਸ਼ੀ 161.1 ਕਰੋੜ ਰੁਪਇਆ, ਉਹਦੇ ਵਿੱਚ ਵਰਤੋਂ ਸਰਟੀਫਿਕੇਟ ਦਿੱਤਾ ਹੈ। ਉਹਦੇ ਵਿੱਚ ਦੱਸਿਆ ਗਿਆ ਕਿ ਜ਼ਿਆਦਾਤਰ ਜਿਹੜਾ ਪੈਸਾ ਹੈਗਾ ਸੜਕਾਂ ਬਣਾਉਣ, ਸ਼ਹਿਰਾਂ ਦੇ ਸੁੰਦਰੀਕਰਨ ਅਤੇ ਪਾਣੀ ਦੇ ਪ੍ਰਬੰਧ 'ਤੇ ਖਰਚਿਆ ਗਿਆ। ਹੁਣ ਇਹਨੂੰ ਕਿਵੇਂ ਕੱਢੋਗੇ ਤੁਸੀਂ ਕਿ ਸੱਚੀ ਮੁੱਚੀ ਖਰਚਾ ਕਰਿਆ ਵੀ ਗਿਆ? ਕਿਵੇਂ ਚੈੱਕ ਕਰੋਗੇ? ਕਿ ਨਾ ਤਾਂ ਹੁਣ ਚਲੋ ਸੜਕਾਂ ਦੀ ਤਾਂ ਹੋ ਸਕਦੀ ਹੈ, ਕਿਤੇ ਮਟੀਰੀਅਲ ਚੈੱਕ ਹੋ ਸਕਦਾ, ਪਾਣੀ ਦਾ ਪ੍ਰਬੰਧ ਦੀ ਕੀ ਕਰੋਗੇ ਤੁਸੀਂ? ਇੱਥੇ ਸਿੱਧਾ ਪੈਸਾ ਖਾਣ ਦੀ ਮੈਨੂੰ ਲੱਗਦਾ ਕਿ ਇੱਥੇ ਦਿਖ ਰਿਹਾ ਕਿ ਸਿੱਧਾ ਪੈਸਾ ਖਾਇਆ ਗਿਆ। 268 ਕਰੋੜ ਦੇ ਖਰਚੇ 'ਚੋਂ 107 ਕਰੋੜ ਰੁਪਏ ਦੇ ਖਰਚਿਆਂ ਦਾ ਵੇਰਵਾ ਜਿਹੜਾ ਹੈਗਾ ਸੱਭਿਆਚਾਰਕ ਅਤੇ ਸੈਰ ਸਪਾਟਾ ਵਿਭਾਗ ਕੋਲ ਮੌਜੂਦ ਹੀ ਨਹੀਂ ਹੈਗਾ। 107 ਕਰੋੜ ਰੁਪਏ ਦਾ ਵੇਰਵਾ ਹੀ ਨਹੀਂ ਮੌਜੂਦ ਹੈਗਾ। ਹੁਣ ਵਿਭਾਗਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ, ਕੁਛ ਵਿਭਾਗ ਜਿਹੜੇ ਹੈਗੇ, ਲੋਕ ਨਿਰਮਾਣ ਵਿਭਾਗ ਨੂੰ ਸਭ ਤੋਂ ਵੱਧ 138 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। 133 ਕਰੋੜ ਰੁਪਏ ਦਾ ਉਹਨਾਂ ਨੇ ਜਿਹੜਾ ਹੈਗਾ ਉਹ ਵੇਰਵਾ ਦਿੱਤਾ। 5 ਕਰੋੜ ਰੁਪਏ ਦਾ ਜਿਹੜਾ ਹੈਗਾ ਉਹ ਆਈ ਗਈ ਹੋਈ ਪਈ ਹੈ, ਕਿਤੇ ਨਹੀਂ ਪਤਾ, ਕੁਛ ਨਹੀਂ ਪਤਾ। ਅਤੇ ਉਹਦੇ ਵਿੱਚ ਤੁਸੀਂ ਇੱਕ ਸਥਾਨਕ ਸਰਕਾਰਾਂ ਵਿਭਾਗ ਹੈ ਜਿਹੜਾ, ਉਹਨੂੰ 56 ਕਰੋੜ ਰੁਪਏ ਦੀ ਰਾਸ਼ੀ ਜਾਰੀ ਹੋਈ ਹੈ ਅਤੇ 18 ਕਰੋੜ ਰੁਪਏ ਦੇ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਵਾਏ ਆ ਸਿਰਫ। ਅਤੇ ਬਾਕੀ ਜਿਹੜਾ ਫਰਕ ਹੈਗਾ 38 ਕਰੋੜ ਰੁਪਏ ਦਾ, ਉਹ ਪਤਾ ਨਹੀਂ ਹੁਣ ਕਿੱਥੇ ਆ, ਕਦੋਂ ਉਹਦੇ ਬਾਰੇ ਵਰਤੋਂ ਸਰਟੀਫਿਕੇਟ ਹੋਣਗੇ ਜਾਂ ਬਿੱਲ ਹੋਣਗੇ ਕਦੋਂ, ਪਤਾ ਕੁਛ ਨਹੀਂ ਪਤਾ। ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਹੈ ਜਿਹੜਾ 2.6 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ। ਠੀਕ ਹੈ ਜੀ, ਖਰਚਿਆਂ ਦਾ ਵੇਰਵਾ ਹੀ ਨਹੀਂ ਦਿੱਤਾ ਗਿਆ।
ਪੇਂਡੂ ਵਿਕਾਸ ਵਿਭਾਗ ਆ ਜਿਹੜਾ ਉਦੋਂ 1.4 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਆ। ਠੀਕ ਹੈ, ਉਹਨਾਂ ਨੇ ਕਹਿਤਾ ਕਿ ਜਿਹੜੀ ਫੰਡਾਂ ਦੀ ਵਰਤੋਂ ਲਈ ਹਾਲੇ ਵਿਚਾਰ ਅਧੀਨ ਹੈ ਜੀ, ਉਹਨਾਂ ਵੱਲੋਂ ਕੁਝ ਵੇਰਵਾ ਨਹੀਂ ਦਿੱਤਾ ਗਿਆ। ਠੀਕ ਹੈ, ਨਵਿਆਣਯੋਗ ਊਰਜਾ ਸਰੋਤ ਵਿਭਾਗ ਹੈ ਉਹਨੂੰ 2.9 ਕਰੋੜ ਦੀ ਜਿਹੜੀ ਰਾਸ਼ੀ ਜਾਰੀ ਹੋਈ, ਪਰ ਸਰਕਾਰ ਕੋਲ ਕਿਸੇ ਤਰ੍ਹਾਂ ਦਾ ਖਰਚ ਕੀਤੇ ਦਾ ਕੋਈ ਵਰਤੋਂ ਸਰਟੀਫਿਕੇਟ ਨਹੀਂ ਜਮ੍ਹਾਂ ਕਰਵਾਇਆ ਗਿਆ ਹੁਣ ਤੱਕ। ਜਲ ਸਰੋਤ ਵਿਭਾਗ 8 ਕਰੋੜ ਦੀ ਰਾਸ਼ੀ ਜਾਰੀ ਹੋਈ ਹੈ ਤੇ ਜਮ੍ਹਾਂ ਤਾਂ ਵਰਤੋਂ ਸਰਟੀਫਿਕੇਟ ਕਰਾ ਦਿੱਤੇ ਉਹਨਾਂ ਨੇ, ਲੇਕਿਨ ਖਰਚਿਆਂ ਦਾ ਕੋਈ ਸਬੂਤ ਜਾਂ ਬਿੱਲ ਹੈ ਜਿਹੜਾ ਉਹ ਹਾਲੇ ਤੱਕ ਨਹੀਂ ਕਰਵਾ ਸਕੇ ਹੈਗੇ। ਕੁੱਲ ਮਿਲਾ ਕੇ ਜੇ ਆਪਾਂ ਇਸ ਰਿਪੋਰਟ ਨੂੰ ਦੇਖੀਏ ਤਾਂ ਇਸ਼ਾਰਾ ਕਿੱਧਰ ਨੂੰ ਹੁੰਦਾ, ਕਿਉਂ ਨਹੀਂ ਇਸ ਚੀਜ਼ ਬਾਰੇ ਜਿਹੜਾ ਉਹ ਸਰਟੀਫਿਕੇਟ ਜਾਂ ਉਸ ਚੀਜ਼ ਬਾਰੇ ਕਿਉਂ ਨਹੀਂ ਕਲੀਅਰ ਕੀਤਾ ਗਿਆ ਕਿ ਕਿੱਥੇ ਖਰਚੇ ਗਏ ਜਾਂ ਕੋਈ ਟੈਂਡਰ ਪਾਏ ਗਏ ਜਾਂ ਨਹੀਂ ਪਾਏ ਗਏ, ਕਿਉਂ ਨਹੀਂ ਪਾਏ ਗਏ, ਕੌਣ ਖਾ ਗਿਆ? ਇਹ ਤਾਂ ਜਾਂਚ ਹੋਣੀ ਚਾਹੀਦੀ ਹੈ ਇਸ ਗੱਲ ਦੀ। ਇੰਨਾ ਕਰੋੜਾਂ ਰੁਪਇਆ ਤੁਸੀਂ ਦੇਖ ਕੇ ਵੀ ਇੰਨਾ ਕਰੋੜਾਂ ਰੁਪਇਆ ਦੇਤਾ, ਹੁਣ ਇੰਨਾ ਸਮਾਂ ਬੀਤਿਆ ਵੀ ਹੈਗਾ, ਦੇਖਣਾ ਤਾਂ ਇਹ ਚਾਹੀਦਾ ਸੀ ਕਿ ਉਹ ਹੁਣ ਤੱਕ ਕਿਉਂ ਨਹੀਂ ਬਿੱਲ ਪੇਸ਼ ਕਰ ਚੁੱਕੇ ਉਹਦੇ ਉਸ ਚੀਜ਼ ਦੇ। ਤੇ ਇੱਕ ਆਰਟੀ ਦੇ ਤਹਿਤ ਇਹ ਖੁਲਾਸਾ ਹੋ ਰਿਹਾ, ਜੇ ਨਾ ਹੁੰਦਾ ਫਿਰ ਕਿੱਥੇ ਜਾਂਦੇ, ਕਿਹਨੇ ਖਰਚਿਆ, ਕਿਹਨੇ ਖਾ ਲਿਆ, ਕਿੱਥੇ ਗਿਆ, ਕੁਛ ਨਹੀਂ ਪਤਾ। ਵਿਭਾਗ ਨੂੰ ਨਹੀਂ ਪਤਾ, ਵਿੱਤ ਵਿਭਾਗ ਨੂੰ ਨਹੀਂ ਪਤਾ, ਕੁਛ ਨਹੀਂ ਪਤਾ ਕਿਸੇ ਨੂੰ ਕਿ ਇਹ ਪੈਸਾ ਜਿਹੜਾ ਹੈਗਾ ਖਰਚ ਅਸਲ 'ਚ ਕਿੰਨਾ ਹੋਇਆ ਸੀ, ਕਿੰਨਾ ਖਰਚਿਆ ਗਿਆ, ਬਾਕੀ ਕਿੱਥੇ ਗਿਆ, ਕੁਛ ਪਤਾ ਨਹੀਂ ਹੈਗਾ। ਸਰਕਾਰ ਦਾ ਆਪਦਾ ਪੈਸਾ ਹੁੰਦਾ, ਕਿਸੇ ਮੰਤਰੀ ਦੀ ਆਪਦੀ ਜੇਬ 'ਚੋਂ ਨਿਕਲਿਆ ਹੁੰਦਾ, ਹੁਣ ਨੂੰ ਸਾਰੀ ਜਾਂਚ ਹੋ ਜਾਣੀ ਚਾਹੀਦੀ, ਹੋ ਜਾਣੀ ਸੀ, ਕਲੀਅਰ ਹੋ ਜਾਂਦਾ ਕਿ ਕਿਹੜਾ ਪੈਸਾ ਖਾ ਗਿਆ। ਮੇਰੇ ਖਿਆਲ ਅਫਸਰਾਂ 'ਤੇ ਕਾਰਵਾਈ ਵੀ ਹੋ ਜਾਣੀ ਸੀ, ਲੇਕਿਨ ਇਹ ਜਨਤਾ ਦਾ ਪੈਸਾ ਹੈ ਨਾ, ਇਸ ਕਰਕੇ ਕੋਈ ਲੋੜ ਨਹੀਂ। ਖਾਇਆ ਉਹਨਾਂ ਨੇ ਆਪਦੇ ਤੌਰ 'ਤੇ ਹੋਊਗਾ, ਜਿਨ੍ਹਾਂ ਨੇ ਜਾਂਚਾਂ ਕਰਨੀਆਂ ਨੇ ਜਾਂ ਕਰਾਉਣੀਆਂ ਨੇ ਉਹਨਾਂ ਨੇ ਖਾਇਆ ਹੋਊਗਾ, ਤਾਂ ਇਹ ਠੱਪ ਹੀ ਹੋ ਕੇ ਰਹਿ ਜਾਣਾ ਇੱਕ ਤਰ੍ਹਾਂ। ਜਿਵੇਂ ਵਿਰੋਧੀ ਕਹਿੰਦੇ ਨੇ ਕਿ ਹਰ ਮਸਲੇ ਦੀ ਜਿਹੜੀ ਕਲੀਨ ਚਿੱਟਾ ਉਹ ਮੁੱਖ ਮੰਤਰੀ ਸਾਹਿਬ ਦੀ ਜੇਬ ਵਿੱਚ ਹੁੰਦੀ ਹੈ। ਹੁਣ ਇਹ ਮਸਲਾ ਕੋਈ ਤੇ ਸੂ ਮੋਟਿਸ ਲਿਆ ਜਾਂਦਾ, ਸੂ ਮੋਟੋ ਨੋਟਿਸ ਲਿਆ ਜਾਂਦਾ ਹੈ ਕਿ ਨਹੀਂ ਲਿਆ ਜਾਂਦਾ, ਉਹ ਵੀ ਇੱਕ ਵੱਡੀ ਗੱਲ ਹੈ, ਕਿਉਂਕਿ ਹੋਰ ਵੀ ਬੜੇ ਘਪਲੇ ਨੇ। ਜੇ ਆਪਾਂ ਸਕਾਲਰਸ਼ਿਪ ਘੁਟਾਲੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਹੁਣ ਤੱਕ ਜਿਹੜਾ ਉਹ ਸਾਧੂ ਸਿੰਘ ਧਰਮਸੋਤ ਦਾ ਬਚਾਅ ਕਰਦੀ ਸਰਕਾਰ ਨਜ਼ਰ ਆ ਰਹੀ ਹੈ, ਜਦਕਿ ਵਿਰੋਧੀ ਲਗਾਤਾਰ ਇਲਜ਼ਾਮ ਲਾਉਂਦੇ ਨੇ। ਇਸ ਤਰ੍ਹਾਂ ਦੇ ਹੋਰ ਵੀ ਬੜੇ ਮਾਮਲੇ ਨੇ ਜਿਹੜੇ ਤੁਸੀਂ ਪਹਿਲਾਂ ਵੀ ਸੁਣਦੇ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਸਰਕਾਰਾਂ ਦੀ ਨੀਤੀ ਅਤੇ ਨੀਅਤ 'ਚ ਫਰਕ ਜਿਹੜਾ ਉਹ ਇੱਥੇ ਕਿਤੇ ਨਾ ਕਿਤੇ ਹੁੰਦਾ ਸਾਹਮਣੇ ਨਜ਼ਰ ਆਉਂਦਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਰੱਖਿਓ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਧੰਨਵਾਦ।